किसी याद नहीं होनी चाहिए, सही बात है। मैं नहीं बोलता, वो खुद बोल रहा है। सारिਆਂ ਦਾ स्वागत है जी। कोई स्वागत नहीं। ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਦੋ ਸਪੈਸੀਫਿਕ ਏਜੰਡਿਆਂ ਤੇ ਤੁਹਾਡੇ ਨਾਲ ਗੱਲ ਕਰਾਂਗਾ, ਲੇਕਿਨ ਅੱਜ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਜਿਹੜੇ ਮੈਂ ਦੋ ਇਸ਼ੂ ਲੈ ਕੇ ਆ ਰਿਹਾ ਸਵਾਲ ਜਵਾਬ ਵੀ ਉਹਨਾਂ ਦੀ ਕਰਾਂਗਾ, ਤਾਂ ਕਿ ਮੇਰੇ ਜਿਹੜਾ ਏਜੰਡਾ ਹੈ ਉਹ ਡਾਈਵਰਟ ਨਾ ਹੋਵੇ। ਸਰਕਾਰ ਦੇ ਵਿੱਚ बहुत ऐसे इशू होंगे ਜਿਹੜੇ ਕਿ ਤੁਸੀਂ ਹੋਰ ਵੀ ਰੇਜ਼ ਕਰਨਾ ਚਾਹੁੰਦੇ ਹੁੰਦੇ ਆ, ਉਹ ਕਿਸੇ ਟਾਈਮ ਫੇਰ ਕਰ ਲਾਂਗੇ, ਨਹੀਂ ਤਾਂ ਇਹ ਨਾ ਹੋਵੇ ਕਿ ਤੁਸੀਂ ਕੋਈ ਐਸੀ ਗੱਲ ਛੇੜ ਲਓ ਜਿਹੜੀ ਇਹਨੂੰ ਲੈ ਕੇ ਮੈਂ ਬਹੁਤ ਮਾਨੇ ਇਹਦੇ ਸੰਬੰਧ ਵਿੱਚ ਮੈਂ ਲੈ ਲਾਂਗਾ। ਇਸ ਤੋਂ ਬਿਨਾਂ ਤੁਸੀਂ ਹੀ ਨਾ ਕਰਿਓ, ਮੈਂ ਹੋਰ ਕੋਈ ਗੱਲ ਨਹੀਂ ਕਰਨੀ, ਇਹਦੇ ਬਾਰੇ ਚ ਕਰਾਂਗਾ। ਸੋ ਸਭ ਤੋਂ ਪਹਿਲਾਂ ਤਾਂ ਆਪ ਸਾਰਿਆਂ ਨੂੰ, ਪੰਜਾਬੀਆਂ ਨੂੰ, ਦੇਸ਼ ਵਾਸੀਆਂ ਨੂੰ आने वाली दिवाली दी बहुत बहुत बधाइयां हो, बहुत बहुत शुभकामनावां। पंजाब तरक्की करे, आने वाले समय ऐसी एक वखरा सुनहरा पंजाब सिर सकीए, वधिया सिर सकीए, उस लई मेरी शुभकामनावां है, यही मेरी कामना है। सो मैं बेनती करना चाहता है कि दिवाली के शुभ मौके ते कर्मचारियों ਲਈ ऐसे एक बहुत बड़ा उपहार लेके आए। अज तक कदे कर्मचारियों ਨੂੰ इस तरह का उपहार शायद नहीं मिला जिड्डा बड़ा मैं अज दे रहा। और मैं ਤੁਹਾਨੂੰ ਇਹ ਦੱਸਣਾ ਚਾਹੁੰਦਾ कि काफी दिनों तो मेरे वंड तो पहला भी कर्मचारी हड़ताल ते सी, फिर काफी देर नहीं रहे, हूँ कुछ दिनों तो सी। अज सवेरे मेरी उन्होंने बैठ के गल हो गई है, उपहार जिहड़ा मैं हुण तुहानूं दसना उन्होंने नाल डिस्कस हो गया, ते उन्होंने मैनूं ये भी कमिटमेंट दी है कि इस सरकार का जिहड़ा रहिंदा टाइम है उदों तक चाहे कोई गल हो जाए इंपलाइज हड़ताल पे नहीं जाणगे, बैठ के गल करनगे। ये भी साडे वास्ते बड़ी खुशी की गल है कि पंजाब सरकार आखिर इंपलाइज के सिर ते चलती है, अफसरां के सिर ते चलती है, वो एग्जीक्यूशन करते हैं जो सरकार दियां जिम्मेवारियां या सरकार जो काम करना है उसनूं इंपलाइज के थ्रू होंदा है। ये कोआर्डिनेशन बहुत जरूरी है इंपलाइज दी ते सरकार दी कि उहदे विच रहे, और कोआर्डिनेशन दे नाल सही तरीके दे नाल सही नीत दे नाल पंजाब दे फैसले लागू होण, सरकार अगे वधे, पंजाब तरक्की करे, बड़ा जरूरी है। मैं कर्मचारी यूनियनां जिहड़ियां अज मैनूं सवेरे मिलियां ते समूह कर्मचारियों का बहुत धन्नवाद करदा कि उन्होंने एक इतिहासक फैसला लिया कि असीं जे कदे कोई गल हुंदी बैठ के करांगे, हड़ताल नहीं करांगे। सो उस संदर्भ दे विच 440 करोड़ रुपये हर महीने ऐसी कर्मचारियों को ज्यादा देने जा रहे हैं। डीए के रूप दे विच उन्हां दा ऐसी 11% डीए दे विच वाधा कर दिता। अज तो ऐसी इस हुण इहनूं लागू कर रहे हैं। टोटल 14% पेंडिंग है, लेकिन 3% अजे हुणे होया, ਉਹਦੀ ਪ੍ਰੋਸੈਸਿੰਗ ਹੋਏਗੀ, ਉਹਦਾ ਸਾਰਾ ਕੁਝ ਹੋਏਗਾ, ਲੇਕਿन 11% ਅਸੀਂ ਲਾਗੂ ਕਰ ਰਹੇ। ਇਸ ਲਈ ਕਰਮਚਾਰੀਆਂ ਨੂੰ ਇਹ ਮੈਂ ਤੁਹਾਨੂੰ ਸਾਰੀ ਡਿਟੇਲ ਦੱਸਾਂਗਾ। ਇਹਦੇ ਬਾਰੇ ਜਿਹੜੀ ਹੋਰ ਡਿਟੇਲ ਦੇਣਾ ਚਾਹੁੰਦੇ ਹੋ ਤੇ 11% ਅਸੀਂ ਦੇ ਰਹੇ ਤੇ ਇਹਦੇ ਵਿੱਚ 440 ਕਰੋੜ ਰੁਪਇਆ ਪਰ ਮੰਥ सरकार ਨੂੰ एक्स्ट्रा देना पे करेगा। ਇਹਦੇ ਵਾਸਤੇ ਸਾਰੇ ਕਰਮਚਾਰੀਆਂ ਨੂੰ बहुत बहुत ਵਧਾਈ। ਮੈਨੂੰ ਵੀ ਵਧਾਈ ਦੇ ਦਿਓ, ਮੇਰੀ ਘਰ ਵਾਲੀ ਦੀ ਤਨਖਾਹ ਬਚ ਜਾਣੀ ਹੈ ਤਾਂ ਮੈਂ ਉਹਨੂੰ ਵੀ ਜਾ ਕੇ ਦਊਂਗਾ। ਮੇਰੀ ਬਿਜਲੀ ਦਾ ਬਿੱਲ ਮੇਰੀ ਵਾਈਫ ਦਿੰਦੀ ਹੈ, ਔਰ ਜਦ ਬਿਜਲੀ ਦਾ ਬਿੱਲ ਆਉਂਦਾ ਹੈ ਤਾਂ ਮੇਰੇ ਨਾਲ ਅੱਖਾਂ ਦੀਆਂ ਔਖੀਆਂ ਜਿਹੀਆਂ ਕੱਢ ਕੇ ਦੇਖਦੀ ਹਰ ਵਾਰ ਇਹ ਆ ਇੰਨਾ ਬਿੱਲ ਮੈਂ ਕਿੱਥੇ ਤੇ ਜਮ੍ਹਾਂ ਕਰਾਂ, ਉਹਦੇ ਖਾਤੇ 'ਚੋਂ ਜਾਂਦਾ ਹੈ।
ਸੋ ਉਹ ਵੀ ਮੈਂ ਹੁਣ ਨਿਬੇੜਨ ਲੱਗਿਆ ਕਿ ਮੈਨੂੰ ਘਰ ਵਿੱਚ ਵੀ ਥੋੜੀ ਜਿਹੀ ਖੁਸ਼ੀ ਮਿਲੇ ਔਰ ਹਰ ਇੱਕ ਪੰਜਾਬੀ ਨੂੰ ਆਪਣੇ ਘਰ ਦੇ ਵਿੱਚ ਖੁਸ਼ੀ ਮਿਲੇ। ਦੇਖੋ ਗੱਲ ਇਹ ਹੈ ਕਿ ਪੰਜਾਬੀਆਂ ਵਾਸਤੇ ਚਾਦਰ ਛੋਟੀ ਪਈ ਵੀ ਹੈ, ਪੈਰ ਬਾਹਰ ਕੱਢੇ ਵੇ ਸਰਕਾਰ ਨੇ। ਖਰਚੇ ਇੰਨੇ ਪੈਂਦੇ ਹੈ ਕਿ ਉਹ ਝੱਲੇ ਨਹੀਂ ਜਾਂਦੇ। ਮੈਂ ਇੱਕ ਸਰਵੇ ਕਰਾਇਆ ਸੀ ਹੁਣੇ, ਉਹਦੇ ਚ ਲੋਕ ਕਹਿੰਦੇ ਆ ਯਾਰ ਫੀਸ ਦੇ ਕੇ, ਬਿਜਲੀ ਦਾ ਬਿੱਲ ਦੇ ਕੇ ਬੱਚਿਆਂ ਦੀ ਫੀਸ ਨਹੀਂ ਬਚਦੀ, ਜਾਂ ਬਿਜਲੀ ਦਾ ਬਿੱਲ ਦੇ ਕੇ ਫਿਰ ਘਰ ਕਿਸ ਤਰ੍ਹਾਂ ਚਲਾਉਣਾ ਹੈ। ਸੋ ਬਿਜਲੀ ਦਾ ਬਿੱਲ ਐਡੇ ਐਡੇ ਵੱਡੇ ਆਉਣ ਲੱਗੇ ਹੋਏ ਆ ਜਿਹਦੇ ਕਰਕੇ ਲੋਕਾਂ ਦਾ ਨੁਕਸਾਨ ਹੋ ਰਿਹਾ। ਇਹ ਇੱਕ ਬੜਾ ਭਾਰੀ ਇਸ਼ੂ ਪੰਜਾਬ ਦੇ ਵਿੱਚ ਬਣਿਆ ਹੋਇਆ ਕਿ ਬਿਜਲੀ ਹੋ ਗਈ ਹੈ, ਕਿਆ ਹੋ ਗਿਆ, ਅਸੀਂ ਘਰ ਕਿਸ ਤਰ੍ਹਾਂ ਚਲਾਉਣਾ। ਸਰਕਾਰਾਂ ਨੂੰ ਇਸ ਤਰੀਕੇ ਦੇ ਟੈਕਸ ਔਰ ਉਗਰਾਹੀ ਜਾਂ ਬਿਜਲੀ ਤੇ ਹੋਰ ਪਾਣੀ ਦੇ ਖਰਚੇ ਆਪਣੇ ਨਾਗਰਿਕਾਂ ਤੇ ਪਾਉਣੇ ਚਾਹੀਦੇ, ਜਿਹੜੇ ਉਹ ਸਹੀ ਤਰੀਕੇ ਨਾਲ ਸਹਿ ਸਕਣ, ਝੱਲ ਸਕਣ। ਜੇ ਸਰਕਾਰਾਂ ਹੀ ਟੈਕਸ ਇੰਨੇ ਲਗਾ ਦੇਣਗੀਆਂ ਕਿ ਉਹਨਾਂ ਦੇ ਵਿੱਤ ਤੋਂ ਬਾਹਰ ਹੋ ਜਾਏਗਾ, ਫਿਰ ਮਾਹੌਲ ਵਿਗੜਦਾ, ਫਿਰ ਸੁਈਸਾਈਡ ਹੁੰਦੇ ਆ, ਫਿਰ ਘਰਾਂ ਦੇ ਵਿੱਚ ਕਲੇਸ਼ ਹੁੰਦੇ ਆ। ਕਹਿੰਦੇ ਜਿਹਦੇ ਘਰ ਵਿੱਚ ਦਾਣੇ ਉਹਦੇ ਕਮਲੇ ਵੀ ਸਿਆਣੇ। ਜਦ ਘਰ ਦੇ ਵਿੱਚ ਤੰਗੀ ਆਉਂਦੀ ਹੈ ਤਾਂ ਲੜਾਈਆਂ ਸ਼ੁਰੂ ਹੋ ਜਾਂਦੀਆਂ। ਆ ਸਾਡਾ ਬਿਜਲੀ ਦਾ ਬਿੱਲ ਤੰਗੀ ਦੇਈ ਜਾ ਰਿਹਾ। ਸੋ ਅੱਜ ਅਸੀਂ ਇਹਦਾ ਮਸਲੇ ਨੂੰ ਹੱਲ ਕਰਨ ਜਾ ਰਹੇ ਕਿ ਬਿਜਲੀ ਦੇ ਬਿੱਲ ਤੋਂ ਘੱਟ ਤੇ ਘੱਟ ਪਰੇਸ਼ਾਨੀ ਨਾ ਹੋਵੇ। ਸੋ ਅੱਜ ਸਰਬਸੰਮਤੀ ਦੇ ਨਾਲ ਸਾਡੀ ਕੈਬਨਿਟ ਨੇ ਜੋ ਫੈਸਲੇ ਲਏ ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਐਸੀ ਹਰ ਚੀਜ਼ ਨੂੰ ਐਵੇਂ ਨਹੀਂ ਹੈ ਕਿ ਕਈਆਂ ਨੂੰ ਇਹ ਵੀ ਗੱਲ ਹੋ ਜਾਂਦੀ ਕਿ ਜੇ ਵੋਟਾਂ ਆ ਗਈਆਂ ਤਾਂ ਸ਼ਾਇਦ ਤਾਂ ਇਹ ਕੋਈ ਫਾਇਦਾ ਦੇ ਰਹੇ। ਨਹੀਂ, ਇਸ ਤਰ੍ਹਾਂ ਨਹੀਂ। ਮੈਂ ਤੇ ਮੇਰੀ ਕੈਬਨਿਟ ਤੇ ਅਸੀਂ ਸਾਰੇ ਜਾਣੇ ਬਹੁਤ ਸੋਚ ਵਿਚਾਰ ਕੇ ਰਾਤ ਨੂੰ ਸਾਰੀ ਰਾਤ ਲਾ ਕੇ ਸੋਚਦੇ ਆ ਕਿ ਕਿਸ ਤਰ੍ਹਾਂ ਸਾਡੇ ਐਫਐਮਵੀ ਇਹਦੇ ਵਿੱਚ ਕਿ ਕਿਸ ਤਰ੍ਹਾਂ ਜੇ ਪੈਸਿਆਂ ਦੀ ਕੋਈ ਰਾਹਤ ਦੇਣੀ ਹੈ ਤਾਂ ਉਹ ਜਨਰੇਟ ਕਿੱਥੋਂ ਕਰਨਾ ਹੈ, ਉਹਦਾ ਹੱਲ ਕਿਸ ਤਰ੍ਹਾਂ ਕੱਢਣਾ ਹੈ। ਬਿਜਲੀ ਦੇ ਕੰਮਾਂ ਦੇ ਵਿੱਚ ਹੀ ਬਿਜਲੀ ਦਾ ਹੱਲ ਸੀ, ਲੇਕਿਨ ਕਰ ਨਹੀਂ ਸੀ ਰਹੀਆਂ ਸਰਕਾਰਾਂ। ਤੁਸੀਂ ਇਹ ਦੇਖੋ ਕਿ ਜੀਵੀਕੇ ਸਾਡਾ ਜਿਹੜਾ ਗੋਇੰਦਵਾਲ ਵਾਲਾ, ਉਹ ਸਾਨੂੰ 6 ਤੋਂ 70 ਰੁਪਏ ਪਰ ਯੂਨਿਟ ਬਿਜਲੀ ਦੇ ਰਿਹਾ। ਔਰ ਜਦੋਂ ਉਹ ਬਣਿਆ ਤਾਂ ਕੋਈ ਟੈਂਡਰ ਨਹੀਂ ਕੱਢਿਆ, ਕੋਈ ਕਿਸੇ ਤੇ ਬਿਡ ਨਹੀਂ ਲਈਆਂ। ਦੋ ਜਣੇ ਬੈਠੇ, ਇੱਧਰ ਸਰਕਾਰ ਬੈਠ ਗਈ, ਇੱਧਰ ਉਹ ਬੈਠ ਗਏ, ਸਮਝੌਤਾ ਕਰਕੇ ਵੀ ਚਲੋ ਇੰਨੇ ਰੁਪਏ ਵਰਗਾ ਚਲੋ ਖਤਮ। ਜੇ ਕੰਪੀਟੀਸ਼ਨ ਹੋਇਆ ਹੁੰਦਾ ਸਹੀ ਰੇਟ ਆਉਂਦੇ। ਹੁਣ ਸਾਨੂੰ 6 ਤੋਂ 70 ਰੁਪਏ ਬਿਜਲੀ ਉਹਨਾਂ ਦੀ ਪੈਂਦੀ ਹੈ। ਸੋ ਅਸੀਂ ਉਹਨਾਂ ਦੀ ਟਰਮੀਨੇਸ਼ਨ ਦਾ ਨੋਟਿਸ ਦਿੱਤਾ, ਉਹ ਮਹਿੰਗੀ ਬਿਜਲੀ ਲੈਣੀ ਬੰਦ ਕਰ ਰਹੇ। ਅਸੀਂ ਹੁਣ ਆਪਣਾ ਟੈਂਡਰ ਕੱਢਿਆ 500 ਮੈਗਾਵਾਟ ਦਾ, ਉਹਦੇ ਸਾਨੂੰ ਜਿਹੜੀ ਬਿਜਲੀ ਦਾ ਰੇਟ ਆਇਆ 2 ਰੁਪਏ 38 ਪੈਸੇ ਸਾਨੂੰ ਬਿਜਲੀ ਮਿਲ ਰਹੀ। ਸੋਲਰ ਪਾਵਰ ਅਸੀਂ ਨਵਾਂ ਟੈਂਡਰ ਦਿੱਤਾ। ਪਿਛਲੇ ਸਰਕਾਰਾਂ ਨੇ 6 ਤੋਂ 70 ਰੁਪਏ ਲੈਣਾ ਕਰਿਆ ਹੋਇਆ, ਅਸੀਂ 2 ਰੁਪਏ 38 ਪੈਸੇ ਲੈਣ ਲੱਗੇ ਆ ਬਿਜਲੀ ਤੇ ਜਿਹੜੇ 70 ਰੁਪਏ ਵਾਲੇ 6 ਰੁਪਏ ਵਾਲੇ JVK ਵਰਗੇ ਉਹ ਹੈ, ਉਹਨਾਂ ਨੂੰ ਅਸੀਂ ਕੈਂਸਲ ਕਰਨਾ ਹੈ। ਉਹਨਾਂ ਨੂੰ ਟਰਮੀਨੇਸ਼ਨ ਕਰ ਰਹੇ ਸਾਰਾ ਸਿਸਟਮ ਆਉਣ ਵਾਲੇ PPA, ਹਾਂਜੀ PPA ਟਰਮੀਨੇਟ ਕਰ ਰਹੇ। ਤੇ ਇਹ ਸੈਸ਼ਨ ਦੇ ਵਿੱਚ ਅਸੀਂ ਤਿੰਨੇ ਜਿਹੜੇ ਸਾਰੇ ਪਾਵਰ ਪਲਾਂਟ ਹੈ, ਇਹਨਾਂ ਤਿੰਨਾਂ ਦੇ PPA ਦੁਬਾਰੇ ਤੋਂ ਕੰਸੀਡਰ ਕਰਾਂਗੇ ਵਿਧਾਨ ਸਭਾ ਤੇ ਉਹਦੇ ਵਿੱਚ ਸਰਕਾਰ ਨਵੇਂ ਬਿੱਲ ਲੈ ਕੇ ਜਾਏਗੀ। ਤਿੰਨਾਂ ਬਾਰੇ ਕਿਆ ਉਹ ਤੁਹਾਨੂੰ ਅਜੇ ਅਸੀਂ ਨਹੀਂ ਪੰਡੋਰੀ ਖੋਲਦੇ, ਮੌਕਾ ਆਏਗਾ ਉਹ ਵੀ ਖੋਲਾਂਗੇ ਕਿਸ ਤਰ੍ਹਾਂ ਅਸੀਂ ਕਰਨਾ। ਫਿਰ ਉਹਦੇ ਨਾਲ ਕਿਆ ਹੈ, ਇੱਥੋਂ ਕੋਈ ਸਟੇਟਮੈਂਟ ਹੋ ਜੇ ਤਾਂ ਉਹਦੇ ਅਗਲੇ ਕੋਟਾ ਵੱਲ ਚਲੇ ਜਾਂਦੇ, ਹੋਰ ਪਾਸੇ ਚਲੇ ਜਾਂਦੇ। ਲੇਕਿਨ ਅਸੀਂ ਇਹਨਾਂ ਤਿੰਨਾਂ ਦੇ ਬਿੱਲਾਂ ਨੂੰ, ਐਗਰੀਮੈਂਟਾਂ ਨੂੰ ਦੁਬਾਰੇ ਰੀਕਨਸੀਡਰ ਕਰ ਰਹੇ ਹਾਂ। ਲੈਜਿਸਲੇਸ਼ਨ ਲੈ ਕੇ ਜਾਵਾਂਗੇ ਤੇ ਵਿਧਾਨ ਸਭਾ ਦੇ ਵਿੱਚ ਡਿਸਕਸ ਕਰਾਂਗੇ। ਜਿਵੇਂ ਵਿਧਾਨ ਸਭਾ ਚਾਹੇਗੀ ਪੰਜਾਬ ਦੇ ਹੱਕਾਂ ਵਾਸਤੇ, ਉਸ ਤਰ੍ਹਾਂ ਇਸ ਨੂੰ ਅੱਗੇ ਸੋਚਿਆ ਜਾਏਗਾ। ਅਜੇ ਤਾਂ ਮੈਂ ਕਿਹਾ ਹੀ ਨਹੀਂ। 2 ਰੁਪਏ 33 ਪੈਸੇ ਸਾਡਾ ਸੋਲਰ ਦਾ ਰੇਟ ਆਇਆ, ਜਿਹੜਾ ਕਿ ਮੈਂ ਤੁਹਾਨੂੰ ਹੁਣੇ ਦੱਸਿਆ। ਸੋ ऐसी ये तरीका अपनाया कि आप सस्ती खरीदिए। अज साडा जिहड़ा रेट है तुसीं हैरान होवोगे
कि अज जिहड़ी असीं रेट ते बिजली खरीदी है वो 2 रुपये 65 पैसे सानू अज बिजली मिली है थर्मल एक्सचेंज दे विच पावर एक्सचेंज तो सानू 2 रुपये 65 पैसे बिजली मिली है। ਇਹ ਸਾਡੇ ਕਾਬਲੀਅਤ ਅਫਸਰਾਂ ਦੀ ਹੈ, ਸਾਡੀ ਸਰਕਾਰ ਦੀ ਹੈ कि ऐसी बिजली सस्ती खरीदनी शुरू कर दी है, सस्ते टेंडर कर लिए है, महंगे दे टेंडरां दे दुबारे विचार करन जा रहे हैं। इसलिए आज ऐसी पंजाब दे लोकां नूं बिजली दे रूप दे विच बड़ा तोहफा दिवाली दा देण जा रहे हैं कि सारे रेट 3 रुपये घट कर रहे हैं। 0 तो लेके 7 किलोवाट तक दी जिहड़ी स्लैब है जिहदे विच 95% पब्लिक दे लोग आउंदे है, 95% लोकी उन्हां दा जिहड़ा टैरिफ है ओह 3 रुपये घट कर रहे हैं। मैं तुहानूं दस देना किन्ना किन्ना हो जाएगा। डोमैस्टिक दी गल कर रहे हैं 100 यूनिट तक साडा जिहड़ा रेट है 4 रुपये 19 पैसे है, ये सिर्फ 1 रुपया 19 पैसे रह जाएगा। मैं तुहानूं दस दिना कि पिछले दिनों दे विच मैं एक सर्वे टीम पंजाब दे विच भेजी है। उन्होंने तो मैं ये मंगिया जी लोग क्या चाहते 300 यूनिट माफ चाहते हैं या सस्ती बिजली चाहते हैं, सही रेटां दे चाहते। पंजाब दे अणखीले लोग वो कोई भी फ्री दी दात लेण नूं तैयार नहीं है। जो मैनूं रिपोर्टां आईयां जो सर्वे दे विच निकल के आया वो चाहते यार सानू बिजली सही मिले, पूरी मिले, टाइम सिर मिले, जावे ना बिजली, वोल्टेज पूरी होवे ते सानू साडे वित्त दे अनुसार सस्ती बिजली मिले जिन्ने दी सरकार घट तो घट दे सकदी। असीं उस तो भी घट देनी अज तय कर ली है। असीं 1 रुपये 19 पैसे छोटे कंज्यूमरां नूं जिन्हां ने 100 वाट तक करनी है, 100 वाट तक यूनिट तक साडा रेट 1 रुपये 19 पैसे हो गया है। 4 रुपये 19 पैसे तो घट गए ते 300 यूनिट तक साडा रेट 7 रुपये तो घट के 100 तो 300 तक 4 रुपये रह गया, 4 रुपये 1 पैसे ते उस तो अब 5 रुपये 76 पैसे रेट रह गया है ते बहुत ही सस्ती लगभग ये है कि जेडे थोड़े छोटे कंज्यूमर है उन्होंने दा बिल ना दे बराबर आना है, जेडे बड़े है उन्होंने भी बिल किसी का भी अध तो ज्यादा नहीं आना। ये स्थिति बन गई है। सो पंजाब के लोगों को बहुत बहुत मुबारक है, अज तो ही लागू कर रहे हैं। जे अज तो लागू ना करे तो पहला बिल तो सारे टाइम च आना ही नहीं किसी को। 2 महीने बाद पता लगेगा भी इधर बहुत फायदा हो गया। आज तो शुरू हो गया है 7 किलोवाट के ऊपर दे सिर्फ 2,38,000 कंज्यूमर है 72,000 दे विच 72 लाख दे विच टोटल 72 लाख कंज्यूमर है। साडी कैबिनेट दी यह व्यू बनया है कि यार जेडे बिल्कुल ही करीम अमीर आदमी है जिन्हां पास बड़िया बड़िया जमीनां बड़ी बड़ी जायदादां जेडे 20 AC लगे हुए हैं उन्हां नूं छड्ड लियो। करीम बहुत बड़ी करीम है जी वो सिर्फ 5% है, 5% तो भी घट है। वो लोग उन्हां दा ऐसी 3 रुपये वाला उन्हां च नहीं ऐड कर रहे, लेकिन बाई एंड आज 95% लोगों नूं ऐसी राहत 3 रुपये दी अज पर यूनिट बिजली दी दे रहे हैं, जिहड़ा कि बहुत बड़ा फायदा पंजाब के लोगों नूं होने वाला है। मैं जो सर्वे कराया सी लोग सस्ती बिजली चाहते हैं और टिकाऊ चाहते हैं और क्वालिटी और उहदे च फ्लक्चुएशन ना होवे। और सब तो बड़ी खुशखबरी कि यह पंजाब दे अज जिहड़े मैं रेट तय करते हैं पूरे देश विच सब तो सस्ते। पंजाब दे विच पूरे देश दे नालों बिजली सब तो सस्ती अज तो शुरू हो गई है। पंजाबियों को इस चीज की बहुत बहुत मुबारक होवे। और मैं ये भी दस देना चाहता कि ऐसी एक खरीद भी सस्ती रहे और जेडे महंगी दिंदे उन्होंने रद्द भी कर रहे हैं।
इस करके अज कोई ये भी नहीं है कि जी पंजाब का नुकसान कर रहे हैं या कोई होर गल है। बिल्कुल जायज ऑन मैरिट ऐसी ये काम कर लगे हैं। सो ये बहुत ही वड्डा जिहड़ा फैसला साडी अज कैबिनेट ने लिया। मैं अपने कैबिनेट के साथियों का बहुत बहुत धन्नवादी हाँ। मैं तुहानूं उहदे बारे दस रहा जी। 3316 करोड़ रुपया सानू सरकार नूं इहदे सबसिडी के रूप देना पेगा पर ईयर पर एनम। ते ये भी दस देना चाहुंदा कि दिल्ली दे विच टोटल सबसिडी टोटल जिन्नी वो दिंदे हैं वो 2200 करोड़ है। ते पंजाब दे विच साडी जिहड़ी सबसिडी है वो 3316 करोड़ का अज असीं ऐलान कर रहे हैं। 10,628 करोड़ पहला दे रहे हैं। 14,000 करोड़ दिल्ली नालों 7 गुना ज्यादा। देखो जो ऐसी बचा रहे हैं वो कंज्यूमर को डाइवर्ट कर रहे हैं। सरकार नहीं बचाएगी, ऐसी कंज्यूमर ने फायदा दे रहे हो चीज। ऐसा है ये कैलकुलेट होएगा जिमें जिमें कंजम्पशन आएगी। हुण जिस तरह ये है कि जे 300 यूनिट फ्री कर दो तो 100 बांटने वाला भी 300 बांट लग जाएगा। वो साडा इंफ्रास्ट्रक्चर ही नहीं बन सकेगा। 300 यूनिट माफ जे करनी है तो सानू पहले इंफ्रास्ट्रक्चर दोबारे तो बनाना पड़ेगा। नहीं मैं तो नहीं कहा कि ज्यादातर लोग यही चाहते हैं कि जी सानू क्वालिटी बिजली दो ते सानू सस्ती ते सही बिजली दो, पूरे टाइम दो, लोग ये चाहते। लेकिन फिर भी सरकार वालों पहला तो 200 यूनिट तक 21 लाख कंज्यूमर की बिजली माफ है। ऐसी और रेगुलर माफ रख रहे हैं, किसी की वापस नहीं ले रहे। फिर क्लियर कर दूंगा 21 लाख कंज्यूमर 72 लाख चो 200 यूनिट पहले ही पंजाब सरकार माफ कर रही है और उन्होंने हैगी है 1 किलोवाट तक जिन्हां दा एग्जिस्टिंग स्कीम कंटिन्यू रहेगी। ऐसी ये नहीं है कि जी जिन्होंने फ्री मिल रही थी 200 यूनिट उन्होंने वापस ले लांगे, उन्होंने उसी तरह कंटिन्यू रहेगी। उस तो ऊपर उन्होंने भी फायदा होएगा जी वो 200 तो बद बांट दे। दिल्ली च क्या है कि जी थोड़ी 300 यूनिट माफ है, लेकिन जो 301 होगी तो तुहानू 300 ही पैसे पैणगे। वो काम साडे पास ये चोर बाजारी या ये ड्रामेबाजी नहीं है। पंजाब सरकार कोल पंजाब सरकार ने 200 यूनिट तक 21 लाख कंज्यूमर दी जेडे के 1 किलोवाट तक दे कंज्यूमर है, गरीब है बहुत, उन्होंने माफ की हुई, उन्होंने 200 यूनिट माफ रहेगी। उस तो अलावा जे वो 200 के ऊपर बाढ़ते हैं तां भी उन्होंने 3 रुपये बिजली सस्ती कर दी है ते बाकियां दी भी सस्ती कर दी है। इहदे विच जेड़ा असीं 3 रुपये यूनिट रेट दे अज माफ किया है, इहदे च कोई जात का कम नहीं है, इहदे च कोई धर्म का कम नहीं है। इहदे विच सिंपल ये है कि 7 किलोवाट तक जिहदा भी लोड है, चाहे वो शहरी है, चाहे पेंडू है, चाहे किसी बरादरी का, चाहे किसी धर्म का, वो घरां वास्ते सारिआं नूं असीं 3 रुपये बिजली सस्ती कर ਇਹ ਸੈਪਰੇਟ ਇਸ਼ੂ ਹੈ। ਅੱਜ ਅਸੀਂ ਇਹ ਦੇਖੋ ਪਬਲਿਕ ਦੀ ਪਲਸ ਸਾਨੂੰ ਪਤਾ ਲੱਗਣੀ ਚਾਹੀਦੀ ਕਿ ਸਰਕਾਰਾਂ ਨੂੰ ਪਬਲਿਕ ਬਣਾਉਂਦੀ ਸਰਕਾਰਾਂ ਨੂੰ ਪਬਲਿਕ ਬਣਾਉਂਦੀ ਹੈ ਤੇ ਪਬਲਿਕ ਦੇ ਅਨੁਸਾਰ ਫੈਸਲੇ ਹੋਣੇ ਚਾਹੀਦੇ ਹਨ। ਇਸ ਕਰਕੇ ਅਸੀਂ ਜੋ ਵੀ ਫੈਸਲਾ ਲੈਂਦੇ ਹਾਂ ਪਹਿਲਾਂ ਪਬਲਿਕ ਦੇ ਵਿੱਚ ਬੰਦੇ ਭੇਜਦੇ ਹਾਂ, ਹਰ ਪਿੰਡ ਤੋਂ ਰਿਪੋਰਟ ਲਈਦੀ ਹੈ। ਮੈਂ ਇਹ ਜਿਹੜਾ ਸਰਵੇ ਕਰਾਇਆ ਇਹਦਾ ਹਰ ਪਿੰਡ ਦੇ ਵਿੱਚ ਬੰਦੇ ਭੇਜ ਕੇ ਲੋਕਾਂ ਤੋਂ ਪੁੱਛਿਆ, ਉਹਦਾ ਅਰਥ ਕੀਤਾ ਗਿਆ। ਅੱਗੇ ਨੂੰ ਵੀ ਜੋ ਫੈਸਲੇ ਪੰਜਾਬ ਸਰਕਾਰ ਲਏਗੀ ਪਹਿਲਾਂ ਪਬਲਿਕ ਦੇ ਵਿੱਚ ਬੰਦੇ ਭੇਜ ਕੇ ਉਹਨਾਂ ਦੇ ਵਿਊਜ਼ ਲੈ ਕੇ ਅਸੀਂ ਉਹਦੇ ਤੇ ਆਪਣਾ ਫੈਸਲਾ ਖੜਾ ਕਰਾਂਗੇ। ਜਿਹੜਾ 2 ਕਿਲੋਵਾਟ ਦੇ ਬਿਜਲੀ ਦੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ 2 किलोवाट तक दे 53 लाख कंज्यूमर जिन्हां दे पिछले सालां दे बकाए खड़े सी
ਉਹ ਅਸੀਂ ਟੋਟਲ ਬਕਾਏ ਮਾਫ ਕਰ ਦਿੱਤੇ ਹੈ। ਉਹ 1500 ਕਰੋੜ ਰੁਪਇਆ ਹੈ, ਉਹਨਾਂ ਦੇ ਬਿੱਲਾਂ ਵਿੱਚ ਲਿਖ ਕੇ ਜਾਣ ਲੱਗ ਗਿਆ ਹੈ, ਬਹੁਤ ਦੇ ਚਲਾ ਗਿਆ ਹੈ, ਜਿਹਦਾ ਜੇ ਬਿੱਲ ਨਹੀਂ ਗਿਆ ਚਲੇ ਜਾਏਗਾ ਕਿ ਤੁਹਾਡਾ ਬਕਾਇਆ ਪੰਜਾਬ ਸਰਕਾਰ ਨੇ ਭੁਗਤਾਨ ਕਰ ਦਿੱਤਾ ਹੈ। ਇਹ ਹਰ ਕਿਸੇ ਦੇ ਬਿੱਲ ਦੇ ਵਿੱਚ ਲਿਖ ਕੇ ਜਾ ਰਿਹਾ ਹੈ। ਜੋ ਸਾਡੇ ਸਰਕਾਰ ਦੇ ਫੈਸਲੇ ਹੈ ਤੁਰੰਤ ਲਾਗੂ ਹੋ ਰਹੇ ਹੈ, 1 ਮਿੰਟ ਦੀ ਵੀ ਦੇਰੀ ਨਹੀਂ ਹੋ ਰਹੀ ਤੇ ਅਸੀਂ ਇੱਕ ਪਾਰਦਰਸ਼ੀ ਤਰੀਕੇ ਦੇ ਨਾਲ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ और दे रहे थोड़ा बताओ नहीं ये कदों देना कैश क्यों होगा 1 जुलाई तो 1 जुलाई ਇਹ ਸਾਲ ਨਹੀਂ ਸੀਐਮ ਸਾਹਿਬ ਦੇਖੋ ਮੇਰੀ ਗੱਲ ਸੁਣੋ, ਇੰਪਲਾਈਜ਼ ਸਾਡਾ ਕਦੇ ਸਰਕਾਰਾਂ ਤੋਂ ਕੁਝ ਨਹੀਂ ਹੋਇਆ, ਲੇਕਿਨ ਅੱਜ ਮੈਨੂੰ ਇਸ ਗੱਲ ਦਾ ਸਾਡੀ ਕੈਬਨਿਟ ਨੂੰ ਪੰਜਾਬ ਸਰਕਾਰ ਨੂੰ ਮਾਣ ਹੈ ਕਿ ਅੱਜ ਜਿੰਨਾ ਸਾਡੇ ਨਾਲ ਉਹ ਖੁਸ਼ ਹੋ ਕੇ ਗਏ, ਜਿਸ ਤਰ੍ਹਾਂ ਉਹਨਾਂ ਨੇ ਅੱਜ ਹੜਤਾਲ ਖਤਮ ਕਰੀ ਹੈ, ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ। ਇੰਪਲਾਈ ਦਾ ਕੋਈ ਮਸਲਾ ਨਹੀਂ ਛੱਡਿਆ। ਸੀਐਮ ਸਾਹਿਬ ਜਿਹੜਾ ਬਿੱਲ ਫੈਕਟਰ ਹੈ 2 ਮਹੀਨੇ ਦਾ ਹੁੰਦਾ, ਇਹਨੂੰ ਦੇਖ ਕੇ ਬੜੇ ਲੰਬੇ ਸਮੇਂ ਤੋਂ ਗੱਲਬਾਤ ਵੀ ਚੱਲਦੀ ਰਹੀ ਹੈ, ਚਰਚਾਵਾਂ ਵੀ ਹੁੰਦੀਆਂ ਰਹਿੰਦੀਆਂ ਕਿ ਇਹਨੂੰ 1 ਮਹੀਨੇ ਦੇ ਸਿੱਧੇ ਤੌਰ ਤੇ ਇੱਕ ਵੱਡੀ ਰਾਹਤ ਹੈ ਜੇ 1 ਮਹੀਨੇ ਦਾ ਉਹ ਜਿਹੜਾ ਲੋਡ ਹੈ ਜਾਂ ਜਿਹੜੀ ਸਬਸਿਡੀ ਹੈ ਉਹਦੇ ਨਾਲ ਸਿੱਧੇ ਤੌਰ ਤੇ ਕੰਜ਼ੰਪਸ਼ਨ ਵਾਚੇ ਦੀ ਉਹਨਾਂ ਸਲੈਬ ਬਣ ਜਾਂਦੀ ਹੈ। ਤੁਹਾਡਾ ਵਿਚਾਰ ਜਿਹੜਾ ਉਹ ਅਸੀਂ ਆਪਣੇ ਚ ਵਿਚਾਰ ਕਰ ਲੈਂਦੇ ਕਿ ਆ ਇਹਦੇ ਚ ਕਾਰਨ ਹੈ, ਕਿਉਂਕਿ ਇਹ ਹੈ ਕਿ 2 ਮਹੀਨੇ ਦੇ ਬਿੱਲ ਦੇਣੇ ਸੌਖੇ ਹੋ ਜਾਂਦੇ ਆ। ਪਾਰਟ ਪੇਮੈਂਟ ਦਾ ਜੇ ਤੁਸੀਂ ਕੋਈ ਪ੍ਰੋਵੀਜ਼ਨ ਕਰ ਦਿੰਦੇ ਕਿ 1 ਮਹੀਨੇ ਬਾਅਦ ਜਿੰਨੀ ਹੈ ਉਨੀ ਕਰ ਦਿਓ, ਪਰ ਫਿਰ ਵੀ ਸੀਐਮ ਸਾਹਿਬ ਦੇ ਨਾਲ ਤਾਂ ਨਹੀਂ ਲੱਗਦਾ ਕਿ ਵੱਡੀ ਰਾਹਤ ਦੇਖ ਲੈਂਦੇ ਇਹ ਰਾਹਤ ਦੇ ਵਿੱਚ ਕਮੀ ਨਹੀਂ ਆਏਗੀ। ਸੀਐਮ ਸਾਹਿਬ ਕੋਈ ਕਿਸੇ ਪ੍ਰਕਾਰ ਦਾ ਜੀ ਜੌਬ ਨਹੀਂ ਉਹਦਾ ਨੂੰ ਗਲਤ ਕਰਵਾਉਣ ਦੀ ਮਰਜ਼ੀ ਬਾਤ ਨਾਲ ਪ੍ਰਚਾਰ ਕੀਤਾ ਗਿਆ। ਇਹ ਸਾਰਾ ਕੁਝ ਜਦੋਂ ਪਾਸ ਕੀਤਾ ਗਿਆ, ਮਨਪ੍ਰੀਤ ਬਾਦਲ ਜੀ ਫਾਈਨਾਂਸ ਦੇ ਬੰਦੇ ਅਸੀਂ ਸਾਰੇ ਜਣੇ ਬੈਠ ਕੇ ਪਾਸ ਕੀਤਾ ਹੈ। ਹਾਂ ਇਹ ਮੈਂ ਤੁਹਾਨੂੰ ਦੱਸ ਦੇਣਾ, ਇਹ ਮੈਂ ਅੱਜ ਵੈਸੇ ਕੰਜ਼ਿਊਮਰ ਤੱਕ ਸੀਮਤ ਸੀ, ਪਰ ਬਿਜਲੀ ਦਾ ਹੀ ਇਹਨਾਂ ਨੇ ਫੈਸਲਾ ਕੀਤਾ। MSME ਜਿਹੜੀਆਂ ਮੀਡੀਅਮ ਐਂਡ ਸਮਾਲ ਸਕੇਲ ਇੰਡਸਟਰੀ ਹੈ, ਉਹਦੇ ਜਿਹੜੇ ਫਿਕਸ ਚਾਰजेस ਹੈ ਉਹ ਅਸੀਂ 50% ਕਰ ਦਿੱਤੇ। ਉਹਨਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ, ਕਿਉਂਕਿ ਇੰਡਸਟਰੀ ਗਰੋ ਕਰਨੀ ਪੰਜਾਬ ਦੀ ਬਹੁਤ ਜ਼ਰੂਰੀ ਹੈ, ਇਸ ਕਰਕੇ ਉਹਨਾਂ ਨੂੰ ਇਹ ਰਾਹਤ ਦਿੱਤੀ ਗਈ। ਸੀਐਮ ਸਾਹਿਬ ਜਿਹੜਾ ਤੁਸੀਂ 300 ਬਹੁਤ ਧੰਨਵਾਦ ਹੈ ਜੀ। Please like, subscribe and share this channel GM7 News.